ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA ਟੀਵੀ। ਮੈਂ ਹਾਜੀ ਬਾਰੁਨ ਕੌਰ ਮਾਨ। ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਪਹਿਲਾ ਨਜ਼ਰ ਪਾਉਂਦੇ ਹਾਂ ਖਾਸ ਖਬਰਾਂ ਤੇ। ਅਮਰੀਕਾ 'ਚ ਪੁਰਾਣੀ ਇਮੀਗ੍ਰੇਸ਼ਨ ਪ੍ਰਣਾਲੀ ਵਿੱਚ ਸੁਧਾਰ ਕਰਨ ਦੀ ਉੱਠੀ ਮੰਗ। ਅਮਰੀਕਾ ਵਿੱਚ ਨਸਲੀ ਨਫ਼ਰਤ ਦੇ ਲਈ ਕੋਈ ਥਾਂ ਨਹੀਂ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦਾ ਬਿਆਨ ਹੈ ਨਫ਼ਰਤੀ ਹਿੰਸਾ ਬਾਰੇ ਚੁੱਪ ਅਪਰਾਧ ਵਿੱਚ ਸ਼ਾਮਲ ਹੋਣ ਵਾਂਗ ਹੈ। ਰਾਸ਼ਟਰਪਤੀ ਬਾਈਡਨ ਨੇ ਕਿਹਾ ਕਿ ਕੌਮਾਂਤਰੀ ਵਿਦਿਆਰਥੀਆਂ ਲਈ ਫੁੱਲ ਟਾਈਮ ਵਰਕ ਦੀ ਨੀਤੀ ਨੂੰ ਵਧਾਏਗੀ ਕੈਨੇਡਾ ਸਰਕਾਰ। ਅਮਰੀਕਾ ਦੇ ਉੱਤਰੀ ਕੈਲੀਫੋਰਨੀਆ ਦੇ ਵਿੱਚ ਗੋਲੀਬਾਰੀ ਹਮਲਾਵਰ ਨੇ ਯੂਨੀਵਰਸਿਟੀ ਦੇ ਅਧਿਆਪਕ ਦੀ ਹੱਤਿਆ ਕਰ ਦਿੱਤੀ ਹੈ। ਚਾਈਨਾ ਨੇ ਅੰਤਰਰਾਸ਼ਟਰੀ ਯਾਤਰੀਆਂ ਨੂੰ ਦਿੱਤੀ ਵੱਡੀ ਰਾਹਤ, ਕੀਤਾ ਅਹਿਮ ਐਲਾਨ। ਟਰੰਪ ਰਾਸ਼ਟਰਪਤੀ ਬਣੇ ਤਾਂ ਭਾਰਤੀ ਮੂਲ ਦੇ ਵਿਵੇਕ ਰਾਮਾਸਵਾਮੀ ਬਣਨਗੇ ਉਪ ਰਾਸ਼ਟਰਪਤੀ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਤੇ ਅਮਰੀਕਾ, ਕੈਨੇਡਾ ਸਣੇ ਦੇਸ਼ ਵਿਦੇਸ਼ ਦੀਆਂ ਹੋਰ ਬਹੁਤ ਸਾਰੀਆਂ ਖਬਰਾਂ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੀ ਅਗਵਾਈ ਵਾਲੇ ਪ੍ਰਸ਼ਾਸਨ ਨੇ ਸੰਸਦ ਨੂੰ ਬਹੁਤ ਪੁਰਾਣੀ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਅਪਡੇਟ ਕਰਨ ਦੇ ਲਈ ਕਿਹਾ ਹੈ। ਰਾਸ਼ਟਰਪਤੀ ਦੀ ਸਰਕਾਰ ਰਿਹਾਇਸ਼ ਅਤੇ ਦਫ਼ਤਰ ਵਾਈਟ ਹਾਊਸ ਨੇ ਇਹ ਜਾਣਕਾਰੀ ਦਿੱਤੀ। ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰਨ ਨੇ ਆਪਣੀ ਰੋਜ਼ਾਨਾ ਨਿਊਜ਼ ਕਾਨਫਰੰਸ ਦੇ ਵਿੱਚ ਕਿਹਾ, ਜਿਵੇਂ ਕਿ ਅਸੀਂ ਪਹਿਲਾਂ ਵੀ ਕਈ ਵਾਰ ਕਿਹਾ, ਇਹ ਇੱਕ ਪੁਰਾਣੀ ਇਮੀਗ੍ਰੇਸ਼ਨ ਪ੍ਰਣਾਲੀ ਹੈ। ਅਸੀਂ ਸੰਸਦ ਨੂੰ ਆਪਣੀ ਪੁਰਾਣੀ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਅਪਡੇਟ ਕਰਨ ਦੇ ਲਈ ਕਿਹਾ ਹੈ। ਅਸੀਂ ਇਸ ਬਾਰੇ ਬਹੁਤ ਸਪਸ਼ਟ ਹਾਂ। ਇਹਨਾਂ ਵਿੱਚ ਸਥਾਈ ਵੀਜ਼ਾ ਪ੍ਰੋਗਰਾਮ ਸ਼ਾਮਲ ਹੈ, ਜਿਸ ਨੂੰ 2 ਦਹਾਕਿਆਂ ਤੋਂ ਵੱਧ ਸਮੇਂ ਵਿੱਚ ਅਪਡੇਟ ਨਹੀਂ ਕੀਤਾ ਗਿਆ ਹੈ। ਮੌਜੂਦਾ ਨਿਯਮਾਂ ਦੇ ਤਹਿਤ ਕੁਝ ਅਸਥਾਈ ਵੀਜ਼ਾ ਤੇ ਕੰਮ ਕਰਨ ਵਾਲੇ ਕਾਮਿਆਂ ਦੇ ਕੋਲ ਨਵਾਂ ਰੁਜ਼ਗਾਰ ਲੱਭਣ, ਵੱਖਰਾ ਵੀਜ਼ਾ ਵਰਗੀਕਰਨ ਅਪਣਾਉਣ ਜਾਂ ਅਮਰੀਕਾ ਛੱਡਣ ਦੀ ਤਿਆਰੀ ਕਰਨ ਦੇ ਲਈ ਆਮ ਤੌਰ ਤੇ 60 ਦਿਨ ਹੁੰਦੇ ਨੇ। ਉਹਨਾਂ ਨੇ ਕਿਹਾ ਕਿ ਇਸ ਲਈ ਸੰਸਦ ਨੂੰ ਆਪਣਾ ਕੰਮ ਕਰਨ ਅਤੇ ਕਾਨੂੰਨ ਪਾਸ ਕਰਨ ਦੀ ਲੋੜ ਹੈ। ਉਸ ਨੂੰ ਸਾਡੇ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਅਪਡੇਟ ਕਰਨ ਦੀ ਲੋੜ ਹੈ ਤਾਂ ਜੋ ਉਹ 21ਵੀਂ ਸਦੀ ਦੀ ਆਰਥਿਕਤਾ ਦੇ ਵਿੱਚ ਅੱਜ ਅਸੀਂ ਜਿੱਥੇ ਹਾਂ ਉਸ ਦੀਆਂ ਲੋੜਾਂ ਨੂੰ ਪੂਰਾ ਕਰ ਸਕੀਏ। ਵਾਈਟ ਹਾਊਸ ਦੀ ਪ੍ਰੈਸ ਸਕੱਤਰ ਨੇ ਕਿਹਾ ਕਿ ਆਪਣੇ ਪ੍ਰਸ਼ਾਸਨ ਦੇ ਪਹਿਲੇ ਦਿਨ ਬਾਈਡਨ ਨੇ ਇੱਕ ਇਮੀਗ੍ਰੇਸ਼ਨ ਸੁਧਾਰ ਕਾਨੂੰਨ ਪੇਸ਼ ਕੀਤਾ ਕਿਉਂਕਿ ਉਹ ਇਸ ਨੂੰ ਬਹੁਤ ਗੰਭੀਰਤਾ ਦੇ ਨਾਲ ਲੈਂਦੇ ਨੇ। ਜ਼ਿਕਰਯੋਗ ਹੈ ਕਿ ਇਮੀਗ੍ਰੇਸ਼ਨ ਪ੍ਰਣਾਲੀ ਵਿੱਚ ਕੀਤੇ ਜਾਣ ਵਾਲੇ ਸੁਧਾਰਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਇਸ ਲਈ ਇਹਨਾਂ ਸੁਧਾਰਾਂ ਦਾ ਭਾਰਤੀਆਂ ਤੇ ਕੀ ਅਸਰ ਹੋਵੇਗਾ, ਇਸ ਬਾਰੇ ਕੁਝ ਕਹਿਣਾ ਜਲਦਬਾਜ਼ੀ ਹੋਏਗੀ। ਇਹ ਸਭ ਆਉਣ ਵਾਲੇ ਸਮੇਂ ਵਿੱਚ ਸਪਸ਼ਟ ਹੋਵੇਗਾ ਕਿ ਇਸ ਨਾਲ ਭਾਰਤੀਆਂ ਨੂੰ ਫਾਇਦਾ ਹੋਵੇਗਾ ਜਾਂ ਨਹੀਂ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਜੈਕਸਨਵਿਲੇ, ਫਲੋਰੀਡਾ ਵਿੱਚ 3 ਕਾਲੇ ਲੋਕਾਂ ਨੂੰ ਗੋਲੀਆਂ ਮਾਰ ਕੇ ਮਾਰਨ ਦੀ ਵਾਪਰੀ ਘਟਨਾ ਉੱਪਰ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਕਿ ਅਮਰੀਕਾ ਵਿੱਚ ਘਿਰਣਾ ਦੇ ਲਈ ਕੋਈ ਥਾਂ ਨਹੀਂ ਹੈ। ਜੈਕਸਨਵਿਲੇ ਵਿੱਚ ਡਾਲਰ ਜਨਰਲ ਸਟੋਰ ਵਿੱਚ ਬੀਤੇ ਦਿਨ ਇੱਕ ਔਰਤ ਸਮੇਤ 3 ਕਾਲੇ ਵਿਅਕਤੀ ਮਾਰੇ ਗਏ। ਪੁਲਿਸ ਅਫਸਰਾਂ ਦੇ ਅਨੁਸਾਰ ਇਸ ਘਟਨਾ ਨੂੰ ਇੱਕ 20 ਸਾਲ ਦੇ ਗੋਰੇ ਵਿਅਕਤੀ ਨੇ ਅੰਜਾਮ ਦਿੱਤਾ ਹੈ, ਜਿਸ ਨੇ ਸਟੋਰ ਵਿੱਚ ਮੌਜੂਦ ਕੇਵਲ ਕਾਲੇ ਲੋਕਾਂ ਨੂੰ ਹੀ ਨਿਸ਼ਾਨਾ ਬਣਾਇਆ। ਬਾਈਡਨ ਨੇ ਕਿਹਾ ਕਿ ਅਸੀਂ ਸਵਾਲਾਂ ਦੇ ਹੱਲ ਲੱਭਣ ਦਾ ਯਤਨ ਜਾਰੀ ਰੱਖਾਂਗੇ, ਪਰ ਸਾਨੂੰ ਇੱਕ ਗੱਲ ਸਾਫ਼ ਤੇ ਜ਼ੋਰਦਾਰ ਢੰਗ ਦੇ ਨਾਲ ਸਪਸ਼ਟ ਕਰਨੀ ਪਵੇਗੀ ਕਿ ਗੋਰੀ ਸੁਪਰਮੇਸੀ ਨੂੰ ਅਮਰੀਕਾ ਵਿੱਚ ਕੋਈ ਜਗ੍ਹਾ ਨਹੀਂ ਹੈ। ਰਾਸ਼ਟਰਪਤੀ ਨੇ ਕਿਹਾ ਕਿ ਗੋਲੀਬਾਰੀ ਦੀ ਇਹ ਘਟਨਾ ਉਸ ਵੇਲੇ ਵਾਪਰੀ ਹੈ ਜਦੋਂ ਵਾਸ਼ਿੰਗਟਨ ਵਿੱਚ ਗੋਲੀ ਦੀ 60ਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ, ਜੋ ਕਿ 20ਵੀਂ ਸਦੀ ਦਾ ਮਨੁੱਖੀ ਹੱਕਾਂ ਬਾਰੇ ਇੱਕ ਵਿਸ਼ੇਸ਼ ਮਹੱਤਵ ਵਾਲਾ ਅਹਿਮ ਪ੍ਰਦਰਸ਼ਨ ਹੈ। ਰਾਸ਼ਟਰਪਤੀ ਨੇ ਕਿਹਾ, ਸਾਨੂੰ ਇੱਕ ਅਜਿਹੇ ਦੇਸ਼ ਵਿੱਚ ਰਹਿਣ ਤੋਂ ਇਨਕਾਰ ਕਰਨਾ ਪਏਗਾ ਜਿੱਥੇ ਕਾਲੇ ਭਾਈਚਾਰੇ ਨਾਲ ਸੰਬੰਧਿਤ ਪਰਿਵਾਰ ਡਰ ਦੇ ਸਾਏ ਹੇਠ ਜੀਵਨ ਬਿਤਾਉਣ। ਚਮੜੀ ਦੇ ਰੰਗ ਕਾਰਨ ਗੋਲੀ ਮਾਰ ਦੇਣ ਦੇ ਡਰੋਂ ਕਾਲੇ ਲੋਕ ਸਟੋਰ ਵਿੱਚ ਜਾਣ ਤੇ ਕਾਲੇ ਵਿਦਿਆਰਥੀ ਸਕੂਲਾਂ ਵਿੱਚ ਜਾਣ ਸਮੇਂ ਘਬਰਾਉਣ। ਰਾਸ਼ਟਰਪਤੀ ਨੇ ਹੋਰ ਕਿਹਾ, ਨਫ਼ਰਤੀ ਹਿੰਸਾ ਬਾਰੇ ਚੁੱਪ ਅਪਰਾਧ ਵਿੱਚ ਸ਼ਾਮਲ ਹੋਣ ਵਾਂਗ ਹੈ। ਅਸੀਂ ਕਿਸੇ ਵੀ ਹਾਲਾਤ ਵਿੱਚ ਚੁੱਪੇ ਨਹੀਂ ਰਹਿ ਸਕਦੇ। ਇਸ ਦੌਰਾਨ ਅਟਾਰਨੀ ਜਨਰਲ ਮੈਰਿਕ ਨੇ ਇੱਕ ਵੱਖਰੇ ਬਿਆਨ ਵਿੱਚ ਪੁਸ਼ਟੀ ਕੀਤੀ ਹੈ ਕਿ ਨਿਆਂ ਵਿਭਾਗ ਜੈਕਸਨਵਿਲੇ ਘਟਨਾ ਦੀ ਨਫ਼ਰਤੀ ਅਪਰਾਧ ਤੇ ਨਸਲੀ ਹਿੰਸਕ ਅੱਤਵਾਦ ਦੇ ਨਜ਼ਰੀਏ ਤੋਂ ਜਾਂਚ ਕਰ ਰਿਹਾ ਹੈ। ਉਹਨਾਂ ਨੇ ਕਿਹਾ, ਇਸ ਦੇਸ਼ ਵਿੱਚ ਕੋਈ ਵੀ ਵਿਅਕਤੀ ਨਫ਼ਰਤੀ ਹਿੰਸਾ ਦੇ ਡਰ ਦੇ ਸਾਏ ਹੇਠ ਨਹੀਂ ਰਹੇਗਾ ਤੇ ਕਿਸੇ ਪਰਿਵਾਰ ਨੂੰ ਵੀ ਕਿਸੇ ਦੇ ਕੁਰਤਪੁਣੇ ਤੋਂ ਘਿਰਣ ਕਰਨਾ ਤੇ ਆਪਣੇ ਕਿਸੇ ਸਕੇ ਸੰਬੰਧੀ ਦੀ ਮੌਤ ਉੱਪਰ ਰੋਣਾ ਨਹੀਂ ਪਏਗਾ। ਕੈਨੇਡਾ 'ਚ 15 ਨਵੰਬਰ 2022 ਤੋਂ ਕੌਮਾਂਤਰੀ ਵਿਦਿਆਰਥੀਆਂ ਲਈ ਅਸਥਾਈ ਤੌਰ ਤੇ ਕੰਮ ਕਰਨ ਸੰਬੰਧੀ
ਲਾਗੂ ਕੀਤੀ ਗਈ ਨੀਤੀ ਹੁਣ ਲਗਭਗ ਖਤਮ ਹੋਣ ਵਾਲੀ ਹੈ। ਇਹ ਨੀਤੀ ਸਰਕਾਰ ਵੱਲੋਂ 1 ਸਾਲ ਦੇ ਲਈ ਲਾਗੂ ਕੀਤੀ ਗਈ ਸੀ ਅਤੇ ਇਸ ਦੇ ਤਹਿਤ ਵਿਦਿਆਰਥੀ ਹੁਣ ਦੇ ਦੌਰਾਨ ਅਸੀਮਿਤ ਕੰਮ ਕਰ ਸਕਦੇ ਨੇ। ਕੈਨੇਡਾ ਪਿਛਲੇ ਕਾਫੀ ਸਮੇਂ ਤੋਂ ਮਜ਼ਦੂਰਾਂ ਦੀ ਘਾਟ ਦਾ ਸਾਹਮਣਾ ਕਰ ਰਿਹਾ ਹੈ, ਜਿਸ ਨਾਲ ਕਾਰੋਬਾਰਾਂ ਅਤੇ ਕਾਮਿਆਂ ਤੇ ਮਾੜਾ ਅਸਰ ਪੈ ਰਿਹਾ ਹੈ। ਹਾਲ ਹੀ ਵਿੱਚ ਇੰਸਟਾਗ੍ਰਾਮ ਤੇ ਕੁਝ ਯੂਜ਼ਰਸ ਨੇ ਕਿਹਾ ਕਿ ਉਹਨਾਂ ਨੂੰ IRCC ਵੱਲੋਂ ਇੱਕ ਈਮੇਲ ਕੀਤੀ ਗਈ ਹੈ, ਜਿਸ ਵਿੱਚ ਉਹਨਾਂ ਨੂੰ ਕੌਮਾਂਤਰੀ ਵਿਦਿਆਰਥੀਆਂ ਦੇ ਲਈ ਫੁੱਲ ਟਾਈਮ ਕੰਮ ਦੀ ਨੀਤੀ ਪ੍ਰਤੀ ਉਹਨਾਂ ਦੇ ਤਜਰਬੇ ਦੇ ਸੰਬੰਧ ਵਿੱਚ ਇੱਕ ਸਰਵੇਖਣ 'ਚ ਹਿੱਸਾ ਲੈਣ ਦੇ ਲਈ ਕਿਹਾ ਗਿਆ ਹੈ। ਇਹ ਸਰਵੇਖਣ 11 ਸਤੰਬਰ 2023 ਤੱਕ ਖੁੱਲ੍ਹਾ ਰਹੇਗਾ। ਦੱਸ ਦਈਏ ਕਿ ਕੈਨੇਡਾ ਦੀ ਡਿੱਗ ਰਹੀ ਆਰਥਿਕਤਾ ਨੂੰ ਬਚਾਉਣ ਦੇ ਲਈ ਬੀਤੇ ਸਾਲ ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਮੰਤਰੀ ਫਰੇਜ਼ਰ, ਜੋ ਕਿ ਪਹਿਲਾਂ ਇਹ ਮੰਤਰੀ ਸਨ, ਉਹਨਾਂ ਨੇ ਇੱਕ ਨਵੀਂ ਅਸਥਾਈ ਜਨਤਕ ਨੀਤੀ ਪੇਸ਼ ਕੀਤੀ ਸੀ। ਫਰੇਜ਼ਰ ਦੇ ਕੋਲ ਹੁਣ ਇਸ ਵੇਲੇ ਦੇ ਹਾਊਸਿੰਗ ਮੰਤਰੀ ਦਾ ਇੰਚਾਰਜ ਹੈ। 7 ਅਕਤੂਬਰ 2022 ਨੂੰ ਉਹਨਾਂ ਨੇ ਐਲਾਨ ਕੀਤਾ ਸੀਗਾ ਕਿ 15 ਨਵੰਬਰ 2022 ਤੋਂ 31 ਦਸੰਬਰ 2023 ਤੱਕ ਪੋਸਟ ਸੈਕੰਡਰੀ ਵਿਦਿਆਰਥੀਆਂ ਨੂੰ ਹੁਣ ਕੈਂਪਸ ਦੇ ਬਾਹਰ 40 ਘੰਟੇ ਕੰਮ ਕਰਨ ਦੀ ਆਗਿਆ ਹੈ। ਇਸ ਸੰਬੰਧੀ ਫਰੇਜ਼ਰ ਨੇ ਕਿਹਾ ਸੀਗਾ ਕਿ ਇਹ ਨਾ ਕੇਵਲ ਕੌਮਾਂਤਰੀ ਵਿਦਿਆਰਥੀਆਂ ਲਈ ਸਗੋਂ ਕੈਨੇਡਾ ਲਈ ਵੀ ਫਾਇਦੇ ਦੀ ਸਥਿਤੀ ਹੈ। ਇਸ ਨੀਤੀ ਨੂੰ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਪੂਰੇ ਕਰਦੇ ਸਮੇਂ ਵਿੱਤੀ ਸਥਿਰਤਾ ਪ੍ਰਾਪਤ ਕਰਨ ਦੀ ਆਗਿਆ ਦਿੰਦੀ ਹੈ ਅਤੇ ਉਹ ਕੈਨੇਡੀਅਨ ਆਰਥਿਕਤਾ ਨੂੰ ਲੀਹ ਤੇ ਲਿਆਉਣ ਦੇ ਮਦਦ ਕਰ ਰਹੇ ਨੇ। ਹਾਲਾਂਕਿ ਇਸ ਨੀਤੀ ਦੇ ਤਹਿਤ ਕੇਵਲ ਉਹ ਵਿਦਿਆਰਥੀ ਕੰਮ ਕਰ ਸਕਦੇ ਨੇ ਜਿਨ੍ਹਾਂ ਨੂੰ ਸਟੱਡੀ ਪਰਮਿਟ 7 ਅਕਤੂਬਰ 2022 ਨੂੰ ਤੇ ਇਸ ਤੋਂ ਪਹਿਲਾਂ ਮਿਲਿਆ ਹੈ। ਸਰਕਾਰ ਦੇ ਇਸ ਫੈਸਲੇ ਤਹਿਤ 5 ਲੱਖ ਤੋਂ ਵੱਧ ਯੋਗ ਕੌਮਾਂਤਰੀ ਵਿਦਿਆਰਥੀ ਯਾਨੀ ਕਿ ਇੰਟਰਨੈਸ਼ਨਲ ਸਟੂਡੈਂਟਸ ਜੋ ਪਹਿਲਾਂ ਹੀ ਕੈਨੇਡਾ 'ਚ ਨੇ, ਉਹਨਾਂ ਨੂੰ ਵਧੇਰੇ ਘੰਟੇ ਕੰਮ ਕਰਨ ਦੀ ਸੰਭਾਵਨਾ ਮਿਲ ਰਹੀ ਹੈ। ਇਹ ਨਵੀਂ ਨੀਤੀ ਕੌਮਾਂਤਰੀ ਵਿਦਿਆਰਥੀਆਂ ਦੀ ਰੋਜ਼ੀ ਰੋਟੀ ਤੇ ਕਾਫੀ ਪ੍ਰਭਾਵ ਪਾਉਂਦੀ ਹੈ। ਉਹ ਇਸ ਆਰਥਿਕ ਮੰਦੀ 'ਚ ਆਪਣੇ ਜ਼ਰੂਰੀ ਖਰਚਿਆਂ ਨੂੰ ਪੂਰਾ ਕਰ ਸਕਦੇ ਨੇ ਅਤੇ ਕੇਵਲ ਇਹੀ ਨਹੀਂ ਬਲਕਿ ਇੱਕ ਵਧੀਆ ਪਹਿਲ ਕਦਮੀ ਹੈ ਜੋ ਵਿਦਿਆਰਥੀਆਂ ਨੂੰ ਆਪਣੇ ਪ੍ਰੋਗਰਾਮ ਨੂੰ ਪੂਰਾ ਕਰਦੇ ਹੋਏ ਰੋਜ਼ਗਾਰ ਦਾਤਾਵਾਂ ਨਾਲ ਜੁੜਨ ਦੀ ਆਗਿਆ ਦਿੰਦੀ ਹੈ ਅਤੇ ਸੰਭਾਵਿਤ ਤੌਰ ਤੇ ਆਪਣੀ ਪੜ੍ਹਾਈ ਤੋਂ ਬਾਅਦ ਨੌਕਰੀਆਂ ਪ੍ਰਾਪਤ ਕਰਦੇ ਨੇ। ਅਮਰੀਕਾ ਦੇ ਉੱਤਰੀ ਕੈਲੀਫੋਰਨੀਆ 'ਚ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਇੱਕ ਦੋਸ਼ੀ ਬੰਦੂਕਧਾਰੀ ਨੇ ਉੱਤਰੀ ਕੈਰੋਲੀਨਾ ਯੂਨੀਵਰਸਿਟੀ ਦੇ ਇੱਕ ਅਧਿਆਪਕ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਹਮਲਾਵਰ ਯੂਨੀਵਰਸਿਟੀ ਦੀ ਇਮਾਰਤ ਵਿੱਚ ਦਾਖਲ ਹੋ ਗਿਆ ਅਤੇ ਅਧਿਆਪਕ ਦੇ ਨਾਲ ਬਦਸਲੂਕੀ ਕੀਤੀ। ਹਮਲੇ ਦੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਦੌਰਾਨ ਉੱਤਰੀ ਕੈਰੋਲੀਨਾ ਯੂਨੀਵਰਸਿਟੀ ਦੇ ਚਾਂਸਲਰ ਨੇ ਕਿਹਾ ਕਿ ਗੋਲੀਬਾਰੀ ਕਾਰਨੈਲ ਲੈਬੋਰੇਟਰੀਜ਼ ਵਿੱਚ ਹੋਈ। ਉਹਨਾਂ ਨੇ ਅਧਿਆਪਕ ਦੀ ਮੌਤ ਨੂੰ ਵਿਨਾਸ਼ਕਾਰੀ ਦੱਸਦਿਆਂ ਕਿਹਾ ਕਿ ਅਸੀਂ ਆਪਣੇ ਕੈਂਪਸ ਦੀ ਸੁਰੱਖਿਆ ਨੂੰ ਬਿਲਕੁਲ ਵੀ ਗੰਭੀਰਤਾ ਨਾਲ ਲੈਂਦੇ ਹਾਂ, ਜਦਕਿ ਬਹੁਤ ਹੀ ਗੰਭੀਰਤਾ ਨਾਲ ਲੈਂਦੇ ਹਾਂ। ਚਾਂਸਲਰ ਕੇਵਿਨ ਨੇ ਉਹਨਾਂ ਵਿਦਿਆਰਥੀਆਂ ਤੋਂ ਮੁਆਫੀ ਮੰਗੀ ਹੈ ਜੋ ਗੋਲੀਬਾਰੀ ਤੋਂ ਬਾਅਦ ਆਪਣੀ ਸੁਰੱਖਿਆ ਬਾਰੇ ਅਨਿਸ਼ਚਿਤ ਮਹਿਸੂਸ ਕਰਦੇ ਸੀ। UNC ਦੇ ਪੁਲਿਸ ਮੁਖੀ ਬ੍ਰਾਇਨ ਨੇ ਗੋਲੀਬਾਰੀ ਤੋਂ ਬਾਅਦ ਦੱਸਿਆ ਕਿ ਗੋਲੀਬਾਰੀ ਦੀ ਸੂਚਨਾ ਮਿਲਣ ਤੋਂ 1.5 ਘੰਟੇ ਬਾਅਦ ਇੱਕ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਪੂਰੇ ਕੈਂਪਸ ਨੂੰ ਸੀਲ ਕਰ ਦਿੱਤਾ ਗਿਆ। ਇਸ ਦੌਰਾਨ ਹੋਸਟਲ ਦੇ ਕਮਰਿਆਂ, ਦਫ਼ਤਰਾਂ ਅਤੇ ਕਲਾਸਰੂਮਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਇੱਕੋ ਕਮਰੇ 'ਚ ਰਹਿਣ ਦੇ ਲਈ ਕਿਹਾ ਗਿਆ। ਉਹਨਾਂ ਨੇ ਕਿਹਾ ਕਿ ਗੋਲੀ ਚੱਲਣ ਦੇ ਲਈ 9/11 ਨੂੰ ਬੁਲਾਇਆ ਗਿਆ, ਜਿਸ ਤੇ 2 ਮਿੰਟ ਬਾਅਦ ਐਮਰਜੈਂਸੀ ਸਾਇਰਨ ਵੱਜਾ। ਜੇਮਸ ਨੇ ਦੱਸਿਆ ਕਿ ਇਸ ਗੋਲੀਬਾਰੀ 'ਚ ਅਜੇ ਤੱਕ ਕਿਸੇ ਹੋਰ ਵਿਅਕਤੀ ਦੇ ਜ਼ਖਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ। ਚੀਨ ਨੇ ਇੰਟਰਨੈਸ਼ਨਲ ਪੈਸੇਂਜਰਸ ਯਾਨੀ ਕਿ ਅੰਤਰਰਾਸ਼ਟਰੀ ਯਾਤਰੀਆਂ ਲਈ ਵੱਡਾ ਐਲਾਨ ਕੀਤਾ ਹੈ। ਐਲਾਨ ਦੇ ਮੁਤਾਬਕ ਬੁੱਧਵਾਰ ਤੋਂ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਦੇਸ਼ ਵਿੱਚ ਦਾਖਲ ਹੋਣ ਦੇ ਲਈ ਕਰੋਨਾ ਵਾਇਰਸ ਦੀ ਨਕਾਰਾਤਮਕ ਰਿਪੋਰਟ ਯਾਨੀ ਕਿ ਨੈਗੇਟਿਵ ਰਿਪੋਰਟ ਪੇਸ਼ ਕਰਨ ਦੀ ਜ਼ਰੂਰਤ ਨੂੰ ਖਤਮ ਕਰ ਦਿੱਤਾ ਗਿਆ ਹੈ। ਚੀਨ ਵਿੱਚ ਕੋਵਿਡ-19 ਦੇ ਮੱਦੇਨਜ਼ਰ 2020 ਦੀ ਸ਼ੁਰੂਆਤ ਤੋਂ ਲਾਗੂ ਪਾਬੰਦੀਆਂ ਨੂੰ ਖਤਮ ਕਰਨ ਦੀ ਦਿਸ਼ਾ ਵਿੱਚ ਇਹ ਇੱਕ ਵੱਡਾ ਕਦਮ ਹੈ। ਚੀਨ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਵਾਂਗ ਨੇ ਸੋਮਵਾਰ ਨੂੰ ਇਸ ਫੈਸਲੇ ਦਾ ਐਲਾਨ ਕੀਤਾ। ਚੀਨ ਨੇ ਪਿਛਲੇ ਸਾਲ ਦਸੰਬਰ ਦੇ ਵਿੱਚ ਆਪਣੀ ਜ਼ੀਰੋ ਕੋਵਿਡ ਨੀਤੀ ਨੂੰ ਖਤਮ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਦੇਸ਼ ਵਿੱਚ ਕਰੋਨਾ ਵਾਇਰਸ ਦੀ ਲਾਗ ਨੂੰ ਕਾਬੂ ਕਰਨ ਦੇ ਲਈ ਕਈ ਵਾਰ ਸਖਤ ਪਾਬੰਦੀਆਂ ਲਗਾਈਆਂ ਗਈਆਂ ਸਨ, ਜਿਸ ਵਿੱਚ ਸ਼ਹਿਰ ਵਿਆਪੀ ਤਾਲਾਬੰਦੀ ਅਤੇ ਸੰਕਰਮਿਤ ਲੋਕਾਂ ਨੂੰ ਲੰਬੇ ਸਮੇਂ ਦੇ ਲਈ ਲਾਜ਼ਮੀ ਅਲੱਗ-ਥਲੱਗ ਕਰਨਾ ਸ਼ਾਮਲ ਸੀ। ਇਸ ਕਦਮ ਨੇ ਦੇਸ਼ ਵਿੱਚ ਆਉਣ ਵਾਲੇ ਲੋਕਾਂ ਲਈ ਸਰਕਾਰ ਦੁਆਰਾ ਮਨੋਨੀਤ ਹੋਟਲਾਂ ਵਿੱਚ ਕਈ ਹਫ਼ਤਿਆਂ ਲਈ ਰੁਕਣਾ
ਲਾਜ਼ਮੀ ਸੀ। ਇਹਨਾਂ ਪਾਬੰਦੀਆਂ ਨੇ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥ ਵਿਵਸਥਾ ਦੀ ਰਫ਼ਤਾਰ ਨੂੰ ਹੌਲੀ ਕਰ ਦਿੱਤਾ। ਇਸ ਨਾਲ ਬੇਰੁਜ਼ਗਾਰੀ ਵਿੱਚ ਵਾਧਾ ਹੋਇਆ ਅਤੇ ਅਸ਼ਾਂਤੀ ਦਾ ਮਾਹੌਲ ਬਣਿਆ। ਉੱਥੇ ਹੀ ਅਪਰਾਧ ਵੀ ਵਧੇ। ਵਾਂਗ ਬੇਨਵ ਨੇ ਕਿਹਾ ਹੈ ਕਿ ਅਰਥ ਵਿਵਸਥਾ ਨੂੰ ਮਜ਼ਬੂਤ ਕਰਨ ਦੇ ਲਈ ਅਤੇ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਇਹ ਫੈਸਲਾ ਕੀਤਾ ਗਿਆ ਹੈ ਕਿ ਚੀਨ ਆਉਣ ਵਾਲਿਆਂ ਨੂੰ ਕੋਵਿਡ ਦੀ ਟੈਸਟ ਰਿਪੋਰਟ ਨਹੀਂ ਦਿਖਾਉਣੀ ਪਏਗੀ। ਅਮਰੀਕੀ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਰਿਪਬਲਿਕਨ ਪਾਰਟੀ ਵਿੱਚ ਹੋਈ ਬਹਿਸ ਦੌਰਾਨ ਸਾਰਿਆਂ ਦੀ ਜ਼ੁਬਾਨ ਤੇ ਇੱਕ ਹੀ ਨਾਮ ਸੀ, ਵਿਵੇਕ ਰਾਮਾਸਵਾਮੀ। ਹੁਣ ਡੋਨਾਲਡ ਟਰੰਪ ਦੇ ਸਮਰਥਕ ਵੀ ਉਸ ਦੀ ਤਾਰੀਫ ਕਰ ਰਹੇ ਨੇ। ਭਾਰਤੀ ਮੂਲ ਦੇ ਵਿਵੇਕ ਰਾਮਾਸਵਾਮੀ ਦੇ ਬਾਰੇ 'ਚ ਜ਼ਿਆਦਾਤਰ ਰਿਪਬਲਿਕਨਾਂ ਦਾ ਮੰਨਣਾ ਹੈ ਕਿ ਟਰੰਪ ਦੀ ਗੈਰ ਮੌਜੂਦਗੀ 'ਚ ਵਿਵੇਕ ਰਾਮਾਸਵਾਮੀ ਤੋਂ ਬਿਹਤਰ ਕੰਮ ਕੋਈ ਹੋਰ ਨਹੀਂ ਕਰ ਸਕਦਾ ਅਤੇ ਉਹ ਬਾਕੀ ਉਮੀਦਵਾਰਾਂ ਨਾਲੋਂ ਵੱਖਰਾ ਤੇ ਵਧੀਆ ਉਮੀਦਵਾਰ ਨੇ। ਉਹ ਪਹਿਲਾਂ ਹੀ ਬਹਿਸ ਦੇ ਦੌਰਾਨ ਆਪਣੇ ਵਿਰੋਧੀਆਂ ਨੂੰ ਪਛਾੜ ਚੁੱਕੇ ਨੇ। ਇੱਥੋਂ ਤੱਕ ਕਿ ਫਲੋਰੀਡਾ ਦੇ ਗਵਰਨਰ ਰੌਨ ਵਰਗੇ ਰਾਜਨੀਤਿਕ ਆਗੂ ਵੀ ਵਿਵੇਕ ਰਾਮਾਸਵਾਮੀ ਦੇ ਮੁਕਾਬਲੇ 'ਚ ਫਿੱਕੇ ਪੈ ਗਏ ਨੇ। ਖੁਦ ਡੋਨਾਲਡ ਟਰੰਪ ਵੀ ਕਈ ਵਾਰ ਉਹਨਾਂ ਦੀ ਤਾਰੀਫ ਕਰ ਚੁੱਕੇ ਨੇ। ਹੁਣ ਟਰੰਪ ਦੇ ਸਮਰਥਕ ਵੀ ਰਾਮਾਸਵਾਮੀ ਨੂੰ ਟਰੰਪ ਦੇ ਚੱਲ ਰਹੇ ਸਾਥੀ ਲਈ ਸਹੀ ਫਿੱਟ ਮੰਨ ਰਹੇ ਨੇ। ਜਿਵੇਂ ਕਿ ਰਿਪਬਲਿਕਨ ਪਾਰਟੀ ਦੀ 2024 ਦੇ ਰਾਸ਼ਟਰਪਤੀ ਨਾਮਜ਼ਦਗੀ ਦੀ ਦੌੜ ਸ਼ੁਰੂ ਹੋ ਰਹੀ ਹੈ। ਰਾਸ਼ਟਰਪਤੀ ਟੀਮ ਦੇ ਪਾਰਟੀ ਮੈਂਬਰਾਂ ਦਾ ਮੰਨਣਾ ਹੈ ਕਿ ਕਾਰੋਬਾਰੀ ਵਿਵੇਕ ਰਾਮਾਸਵਾਮੀ ਦੀ ਭਾਸ਼ਣ ਸ਼ਕਤੀ ਉਸ ਦਾ ਸਭ ਤੋਂ ਵੱਡਾ ਹਥਿਆਰ ਹੈ। ਉਸਨੇ ਬੀਤੇ ਦਿਨੀ ਬੁੱਧਵਾਰ ਨੂੰ ਹੋਈ ਬਹਿਸ ਦੇ ਦੌਰਾਨ ਆਪਣੇ ਸਾਰੇ ਵਿਰੋਧੀਆਂ ਨੂੰ ਹਰਾਇਆ। 504 ਲੋਕਾਂ ਵਿੱਚੋਂ ਉਸਨੂੰ 28% ਵੋਟਾਂ ਮਿਲੀਆਂ, ਜਦਕਿ ਹੋਰਾਂ ਨੂੰ ਘੱਟ ਮਿਲੀਆਂ। ਰਾਮਾਸਵਾਮੀ ਵੱਲੋਂ ਚਰਚਾ ਵਿੱਚ ਉਠਾਏ ਗਏ ਮੁੱਦਿਆਂ ਨੂੰ ਲੋਕਾਂ ਨੇ ਸਭ ਤੋਂ ਵੱਧ ਪਸੰਦ ਕੀਤਾ। ਇੱਕ ਰਿਪਬਲਿਕਨ ਮੈਂਬਰ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਇੱਥੋਂ ਤੱਕ ਕਿਹਾ ਕਿ ਰਾਮਾਸਵਾਮੀ ਜੋ ਟਰੰਪ ਦੇ ਸਹਿਯੋਗੀ ਨੇ, ਉਹਨਾਂ ਨੂੰ ਫਲੋਰੀਡਾ ਦੇ ਗਵਰਨਰ ਰੌਨ ਤੋਂ ਅਸਿੱਧੇ ਤੌਰ ਤੇ ਸਮਰਥਨ ਮਿਲ ਰਿਹਾ ਹੈ। ਡੀਸੈਂਟਿਸ ਦੀ ਚੋਣ ਮੁਹਿੰਮ ਹੁਣ ਸੰਘਰਸ਼ ਕਰਨ ਲੱਗੀ ਹੈ। ਅਮਰੀਕਾ ਦੇ ਕੈਂਟਕੀ ਰਾਜ ਦੇ ਸ਼ਹਿਰ ਲੂਇਸਵਿਲੇ ਵਿਖੇ ਲੰਘੀ ਰਾਤ ਵਾਪਰੀ ਗੋਲੀਬਾਰੀ ਦੀ ਘਟਨਾ ਵਿੱਚ 2 ਵਿਅਕਤੀਆਂ ਦੇ ਮਾਰੇ ਜਾਣ ਤੇ 5 ਹੋਰਨਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਲੂਇਸਵਿਲੇ ਮੈਟਰੋ ਪੁਲਿਸ ਵਿਭਾਗ ਦੇ ਅਨੁਸਾਰ ਸਦਰਨ ਰੈਸਟੋਰੈਂਟ ਐਂਡ ਲੌਜ ਤੇ ਬਾਹਰਵਾਰ ਰਾਤ 3 ਵਜੇ ਤੜਕਸਾਰ ਗੋਲੀ ਚੱਲਣ ਦੀ ਸੂਚਨਾ ਮਿਲਣ ਤੇ ਪੁਲਿਸ ਅਫਸਰ ਮੌਕੇ ਤੇ ਪੁੱਜੇ। ਵਿਭਾਗ ਦੇ ਡਿਪਟੀ ਚੀਫ ਸਟੀਵ ਦੇ ਅਨੁਸਾਰ ਇੱਕ ਵਿਅਕਤੀ ਨੂੰ ਮੌਕੇ ਉੱਪਰ ਮ੍ਰਿਤਕ ਐਲਾਨ ਦਿੱਤਾ ਗਿਆ, ਜਦਕਿ ਦੂਸਰਾ ਵਿਅਕਤੀ ਹਸਪਤਾਲ ਵਿੱਚ ਜ਼ਖਮਾਂ ਦੀ ਤਾਪ ਨਾਲ ਸਹਾਰਦਿਆਂ ਹੋਇਆਂ ਦਮ ਤੋੜ ਗਿਆ। ਹਿਲੇ ਨੇ ਕਿਹਾ ਕਿ 5 ਜ਼ਖਮੀ ਸਥਾਨਕ ਹਸਪਤਾਲਾਂ 'ਚ ਜੇਰੇ ਇਲਾਜ ਨੇ। ਪੁਲਿਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਹੋ ਰਹੀ ਹੈ ਤੇ ਅਜੇ ਤੱਕ ਇਸ ਮਾਮਲੇ ਵਿੱਚ ਕਿਸੇ ਸ਼ੱਕੀ ਨੂੰ ਹਿਰਾਸਤ ਵਿੱਚ ਨਹੀਂ ਲਿਆ ਗਿਆ। ਸਟੋਰਾਂ ਵਾਲਿਆਂ ਨਾਲ ਸੰਬੰਧਿਤ SB 553 ਬਿੱਲ ਵਿੱਚ ਜੋ ਤਰੁੱਟੀਆਂ ਸੀ ਉਸ ਵਿੱਚ APCA ਵੱਲੋਂ ਸੋਧ ਕਰਵਾ ਲਈ ਗਈ ਹੈ। APCA ਦੀ ਲੀਡਰਸ਼ਿਪ ਨੇ ਵਿਉਂਤ ਦੁਆਰਾ ਸਟੋਰ ਮਾਲਕਾਂ ਦੀ ਚਿੰਤਾ ਨੂੰ ਖਤਮ ਕਰ ਦਿੱਤਾ ਹੈ। ਇਸ ਗੱਲ ਤੇ ਜ਼ੋਰ ਦਿੱਤਾ ਗਿਆ ਕਿ ਬਿੱਲ ਵਿੱਚ ਦੁਕਾਨਦਾਰੀ ਦੇ ਸੰਬੰਧ ਵਿੱਚ ਕੋਈ ਖਾਸ ਭਾਸ਼ਾ ਸ਼ਾਮਲ ਨਹੀਂ ਹੋਣੀ ਚਾਹੀਦੀ ਜਿਸ ਨਾਲ ਚੋਰਾਂ ਅਤੇ ਲੁਟੇਰਿਆਂ ਨੂੰ ਉਤਸ਼ਾਹ ਮਿਲ ਸਕੇ। APCA ਨੇ ਸੈਨੇਟਰ ਅਤੇ ਹੋਰ ਲੀਡਰਾਂ ਨੂੰ ਦੱਸਦਿਆਂ ਕਿਹਾ ਕਿ ਜਨਕੀ ਕੋਟਿਸ ਅਤੇ ਹੋਰ ਲੀਡਰਾਂ ਨੂੰ ਦੱਸਦਿਆਂ ਕਿਹਾ ਕਿ ਕਾਲੋਸ਼ਾ ਪਹਿਲਾਂ ਹੀ ਇੱਕ ਜਨਰਲ ਇੰਡਸਟਰੀ ਵਰਕਪਲੇਸ ਵਾਇਲੈਂਸ ਰੈਗੂਲੇਸ਼ਨ ਤੇ ਕੰਮ ਕਰ ਰਿਹਾ ਹੈ। ਪ੍ਰਸਤਾਵਿਤ ਬਿੱਲ ਨਾਲ ਸਟੋਰ ਮਾਲਕਾਂ ਤੇ ਵਾਧੂ ਭਾਰ ਪੈ ਸਕਦਾ ਸੀ। ਅਸੀਂ ਆਗੂਆਂ ਨੂੰ ਸਮਝਾਇਆ ਕਿ ਇਸ ਬਿੱਲ ਵਿੱਚ ਅਜਿਹੀ ਕੋਈ ਭਾਸ਼ਾ ਸ਼ਾਮਲ ਨਹੀਂ ਹੋਣੀ ਚਾਹੀਦੀ ਜੋ ਕੈਲੋਸ਼ਾ ਦੁਆਰਾ ਆਮ ਨਿਯਮਾਂ ਵਿੱਚ ਕਵਰ ਕੀਤੀ ਜਾਏ। ਹੁਣ ਅਮਰੀਕਾ ਦੀ ਵਣਜ ਮੰਤਰੀ ਜੀਨਾ ਚਾਈਨਾ ਦੇ ਦੌਰੇ ਤੇ ਜਾਣਗੇ ਕਿਉਂਕਿ ਜੋ ਬਾਈਡਨ ਪ੍ਰਸ਼ਾਸਨ ਦੁਨੀਆ ਦੀਆਂ ਸਭ ਤੋਂ ਵੱਡੀਆਂ ਅਰਥ ਵਿਵਸਥਾਵਾਂ ਵਿਚਾਲੇ ਵਿਗੜ ਰਹੇ ਸੰਬੰਧਾਂ ਨੂੰ ਸੁਧਾਰਨ ਦੀ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੀ ਕੈਬਨਿਟ ਵਿੱਚ ਸ਼ਾਮਲ ਰਾਇਮੋਂਡੋ ਨੇ ਆਰਥਿਕ ਸੰਬੰਧਾਂ ਨੂੰ ਜ਼ਿੰਮੇਵਾਰੀ ਨਾਲ ਸੰਭਾਲਣ ਦੇ ਅਮਰੀਕੀ ਯਤਨਾਂ ਨਾਲ ਸਮਝੌਤੇ ਕੀਤੇ ਬਿਨਾਂ ਵਿਹਾਰਕ ਹੋਣ ਦਾ ਵਾਅਦਾ ਕਰਦੇ ਨੇ। ਰਾਇਮੋਂਡੋ ਨੂੰ ਸਿਹਤਮੰਦ ਮੁਕਾਬਲੇ ਨੂੰ ਉਤਸ਼ਾਹਿਤ ਕਰਨ, ਬਰਾਬਰੀ ਦੇ ਪੱਧਰ ਤੇ ਮੁਕਾਬਲਾ ਕਰਨ ਦੇ ਲਈ ਨਿਯਮਾਂ ਦੇ ਅਨੁਸਾਰ ਖੇਡਣ ਦੇ ਲਈ ਉਤਸ਼ਾਹਿਤ ਕਰਨ ਦੇ ਯਤਨ 'ਚ ਬੀਜਿੰਗ ਅਤੇ ਸ਼ੰਘਾਈ ਚੀਨੀ ਅਧਿਕਾਰੀਆਂ ਤੇ US ਕਾਰੋਬਾਰੀ ਨੇਤਾਵਾਂ ਨਾਲ ਮਿਲਣ ਦੀ ਯੋਜਨਾ ਬਣਾਈ ਹੈ। ਅਮਰੀਕਾ ਦੀ ਕੈਲੀਫੋਰਨੀਆ ਸਟੇਟ ਅਸੈਂਬਲੀ ਨੇ ਜਾਤ ਵਿਤਕਰਾ ਵਿਰੋਧੀ ਇੱਕ ਬਿੱਲ ਪਾਸ ਕੀਤਾ ਹੈ ਜਿਸ ਵਿੱਚ ਜਾਤ ਸੰਬੰਧੀ ਵਿਤਕਰੇ ਨੂੰ ਦੂਰ ਕਰਨ ਅਤੇ ਸੂਬੇ 'ਚ ਹਾਸ਼ੀਏ ਤੇ ਰਹਿ ਰਹੇ ਭਾਈਚਾਰਿਆਂ ਦੀ ਰਾਖੀ ਕਰਨ ਦੀ ਗੱਲ ਕੀਤੀ ਗਈ ਹੈ। ਬਿੱਲ ਦੇ ਹੱਕ ਵਿੱਚ 50 ਅਤੇ ਵਿਰੋਧ ਵਿੱਚ 3 ਵੋਟਾਂ ਪਾਈਆਂ। ਅਸੈਂਬਲੀ ਵਿੱਚ ਸੋਮਵਾਰ ਨੂੰ ਇਹ ਬਿੱਲ ਪਾਸ ਕੀਤਾ ਗਿਆ। ਇਸ ਤੋਂ ਬਾਅਦ ਇਸ ਨੂੰ ਸੂਬੇ ਦੇ ਗਵਰਨਰ ਗੈਵਿਨ ਨਿਊਸਮ ਦੇ ਕੋਲ ਹਸਤਾਖਰ ਲਈ ਭੇਜਿਆ ਗਿਆ। ਗਵਰਨਰ ਦੇ ਹਸਪਤਾਲ ਤੋਂ ਬਾਅਦ ਇਹ ਬਿੱਲ ਕਾਨੂੰਨ ਬਣ ਜਾਏਗਾ ਅਤੇ ਇਸ ਦੇ ਨਾਲ ਕੈਲੀਫੋਰਨੀਆ ਅਮਰੀਕਾ ਦਾ ਪਹਿਲਾ ਅਜਿਹਾ
ਸੂਬਾ ਬਣ ਜਾਏਗਾ, ਜਿਸ ਨੇ ਵਿਤਕਰੇ ਵਿਰੋਧੀ ਕਾਨੂੰਨਾਂ 'ਚ ਜਾਤ ਨੂੰ ਸੁਰੱਖਿਅਤ ਸ਼੍ਰੇਣੀ ਦੇ ਰੂਪ 'ਚ ਸ਼ਾਮਲ ਕੀਤਾ ਹੈ। ਇਸ ਬਿੱਲ ਦਾ ਮਕਸਦ ਜਾਤ ਸੰਬੰਧੀ ਵਿਤਕਰੇ ਨੂੰ ਦੂਰ ਕਰਨਾ ਅਤੇ ਸੂਬੇ 'ਚ ਹਾਸ਼ੀਏ ਤੇ ਰਹਿ ਰਹੇ ਭਾਈਚਾਰਿਆਂ ਦੀ ਰਾਖੀ ਕਰਨਾ ਹੈ। ਇਸ ਬਿੱਲ ਨੂੰ ਸੂਬੇ ਦੀ ਸੈਨੇਟਰ ਆਇਸ਼ਾ ਬਹਾਵ ਨੇ ਪੇਸ਼ ਕੀਤਾ ਸੀ ਅਤੇ ਇਸ ਨੂੰ ਦੇਸ਼ ਦੇ ਕਈ ਜਾਤ ਸਮਾਨਤਾ, ਨਾਗਰਿਕ ਅਧਿਕਾਰ ਕਾਰਕੁਨਾਂ ਅਤੇ ਜਥੇਬੰਦੀਆਂ ਦੀ ਹਮਾਇਤ ਮਿਲੀ। ਬਹਾਵ ਨੇ ਇੱਕ ਬਿੱਲ ਪਾਸ ਕੀਤੇ ਜਾਣ ਤੇ ਅਸੈਂਬਲੀ ਦਾ ਧੰਨਵਾਦ ਕੀਤਾ। ਬਿੱਲ ਦੇ ਹੱਕ ਵਿੱਚ ਵੋਟ ਦੇਣ ਵਾਲੇ ਭਾਰਤੀ ਅਮਰੀਕੀਆਂ 'ਚ ਵਿਧਾਇਕ ਜਸਮੀਤ ਬੈਂਸ ਅਤੇ ਅਸ਼ ਕਾਲੜਾ ਵੀ ਸ਼ਾਮਲ ਸਨ। ਛੋਟੀਆਂ ਬੱਚੀਆਂ ਗੁੱਡੀਆਂ ਨਾਲ ਖੇਡਣਾ ਪਸੰਦ ਕਰਦੀਆਂ, ਪਰ ਜੇ ਉਹੀ ਗੁੱਡੀ ਕਿਤੇ ਗਵਾਚ ਜਾਏ ਤਾਂ ਕਿੰਨਾ ਬੁਰਾ ਲੱਗੇਗਾ। ਜੇਕਰ ਤੁਸੀਂ ਆਪਣੀ ਮਨਪਸੰਦ ਡਾਲ ਨੂੰ ਲੈ ਕੇ ਕਿਤੇ ਵੀ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੂੰ ਆਪਣੇ ਨਾਲ ਲੈ ਕੇ ਜਾਣਾ ਪਸੰਦ ਕਰਦੇ ਹੋ। ਅਜਿਹੀ ਇੱਕ 9 ਸਾਲਾ ਬੱਚੀ ਆਪਣੀ ਪਸੰਦ ਦੀ ਡਾਲ ਲੈ ਕੇ ਫਲਾਈਟ ਤੇ ਗਈ, ਪਰ ਉਸ ਦੀ ਡਾਲ ਉੱਥੇ ਰਹਿ ਗਈ। ਗੁੱਡੀ ਨਾ ਮਿਲਣ ਤੇ ਬੱਚੀ ਦਾ ਦਿਲ ਟੁੱਟ ਗਿਆ। ਪਰ ਇਸ ਵਿੱਚ ਨਵਾਂ ਮੋੜ ਉਦੋਂ ਆਇਆ ਜਦੋਂ ਪਾਇਲਟ ਹਜ਼ਾਰਾਂ ਮੀਲ ਦੂਰ ਲੜਕੀ ਨੂੰ ਉਸਦੀ ਗੁੱਡੀ ਵਾਪਸ ਦੇਣ ਦੇ ਲਈ ਆਇਆ। ਗੁੱਡੀ ਨੂੰ ਦੇਖ ਕੇ ਬੱਚੀ 'ਚ ਖੁਸ਼ੀ ਦੀ ਕੋਈ ਹੱਦ ਨਾ ਰਹੀ। ਫਲਾਈਟ ਵਿੱਚ ਇੱਕ ਬੱਚੀ ਸਫ਼ਰ ਕਰ ਰਹੀ ਸੀ, ਫਿਰ ਗਲਤੀ ਨਾਲ ਉਸਦੀ ਪਸੰਦੀਦਾ ਡਾਲ ਜਹਾਜ਼ ਵਿੱਚ ਰਹਿ ਗਈ। ਇਸ ਤੋਂ ਬਾਅਦ ਪਾਇਲਟ ਨੇ ਗੁੱਡੀ ਵਾਪਸ ਕਰਕੇ ਬੱਚੀ ਦੇ ਚਿਹਰੇ ਤੇ ਮੁਸਕਾਨ ਵਾਪਸ ਲਿਆਉਣ ਦਾ ਫੈਸਲਾ ਕੀਤਾ। ਪਾਇਲਟ ਨੇ 9 ਸਾਲ ਦੀ ਬੱਚੀ ਦੇ ਚਿਹਰੇ ਤੇ ਮੁਸਕਰਾਹਟ ਲਿਆਉਣ ਦੇ ਲਈ ਮੀਲਾਂ ਦੀ ਉਡਾਨ ਭਰੀ। ਉਸਨੇ ਜਾਪਾਨ ਦੀ ਰਾਜਧਾਨੀ ਟੋਕੀਓ ਤੋਂ ਅਮਰੀਕਾ ਦੇ ਟੈਕਸਾਸ ਤੱਕ ਸਫ਼ਰ 6000 ਮੀਲ ਦਾ ਜਹਾਜ਼ ਉਡਾ ਕੇ ਪੂਰਾ ਕੀਤਾ। ਅਮਰੀਕੀ ਖੇਤਰ ਪੋਰਟੋ ਰੀਕੋ ਵਿੱਚ ਇੱਕ ਅਦਾਲਤ ਦੇ ਸਾਹਮਣੇ ਮੰਗਲਵਾਰ ਨੂੰ ਇੱਕ ਸ਼ੱਕੀ ਵੱਲੋਂ ਕੀਤੀ ਗਈ ਗੋਲੀਬਾਰੀ 'ਚ 2 ਲੋਕਾਂ ਦੀ ਮੌਤ ਹੋ ਗਈ, ਜੋ ਭਰਾ ਭੈਣ ਸਨ। ਗੋਲੀ ਚੱਲਣ ਵਾਲਾ ਮ੍ਰਿਤਕਾਂ ਦਾ ਜਾਣਕਾਰ ਦੱਸਿਆ ਜਾ ਰਿਹਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪੁਲਿਸ ਨੇ ਇੱਕ ਬਿਆਨ 'ਚ ਦੱਸਿਆ ਕਿ ਗੋਲੀਬਾਰੀ ਕਰਨ ਵਾਲੇ ਅਣਪਛਾਤੇ ਵਿਅਕਤੀ ਨੂੰ ਕੁਝ ਮਿੰਟ ਬਾਅਦ ਉੱਤਰੀ ਸ਼ਹਿਰ ਕੈਗੁਆਸ ਵਿੱਚ ਅਦਾਲਤ ਕੰਪਲੈਕਸ ਤੋਂ ਗ੍ਰਿਫਤਾਰ ਕਰ ਲਿਆ ਗਿਆ। ਘਟਨਾ ਸਥਾਨ ਤੇ ਮੌਜੂਦ ਪੁਲਿਸ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਾਨ ਗਵਾਉਣ ਵਾਲਾ ਪੁਰਸ਼ ਸਥਾਨਕ ਨਾਗਰਿਕ ਸੀ ਅਤੇ ਉਸ ਦੀ ਭੈਣ ਇੱਕ ਨਿੱਜੀ ਕੰਪਨੀ ਵਿੱਚ ਸੁਰੱਖਿਆ ਗਾਰਡ ਦੇ ਰੂਪ ਦੇ ਵਿੱਚ ਕੰਮ ਕਰਦੀ ਸੀ। ਪੋਰਟੋ ਰੀਕੋ ਦੇ ਪੁਲਿਸ ਕਮਿਸ਼ਨਰ ਐਂਟਨੀਓ ਘਟਨਾ ਸਥਾਨ ਤੇ ਪੁੱਜੇ। ਉਹਨਾਂ ਨੇ ਪੱਤਰਕਾਰਾਂ ਨੂੰ ਕਿਹਾ ਕਿ ਪੁਲਿਸ ਇਸ ਘਟਨਾ ਦੇ ਪਿੱਛੇ ਦੇ ਮਕਸਦ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਇਹ ਘਟਨਾ ਬੇहद ਮੰਦਭਾਗੀ ਹੈ। ਇਸ ਦੌਰਾਨ ਟਾਪੂ ਦੇ ਜਨਤਕ ਸੁਰੱਖਿਆ ਵਿਭਾਗ ਦੇ ਸਕੱਤਰ ਐਲੈਕਸ ਨੇ ਦੱਸਿਆ ਕਿ ਗੋਲੀ ਚਲਾਉਣ ਵਾਲਾ ਸ਼ੱਕੀ ਜਾਨ ਗਵਾਉਣ ਵਾਲੇ ਲੋਕਾਂ ਨੂੰ ਜਾਣਦਾ ਸੀ ਅਤੇ ਦੋਵਾਂ ਧਿਰਾਂ ਵਿਚਾਲੇ ਇੱਕ ਜਾਇਦਾਦ ਨੂੰ ਲੈ ਕੇ ਕਾਨੂੰਨੀ ਵਿਵਾਦ ਸੀ। ਅਮਰੀਕਾ ਵਿੱਚ ਭਾਰਤੀ ਮੂਲ ਦੇ ਡੈਂਟਿਸਟ ਨੂੰ 2 ਸਾਲ ਤੱਕ ਕੋਵਿਡ-19 ਰਾਹਤ ਰਕਮ ਵਜੋਂ $5 ਲੱਖ ਚੋਰੀ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਹੈ। ਉਸਨੇ ਇਹ ਪੈਸੇ ਨੂੰ ਨਿਵੇਸ਼ ਕਰਨ ਵਰਗੇ ਗਲਤ ਨਿੱਜੀ ਖਰਚਿਆਂ ਲਈ ਇਸਤੇਮਾਲ ਕੀਤਾ। ਨਿਆਂ ਵਿਭਾਗ ਨੇ ਅਧਿਕਾਰਕ ਬਿਆਨ ਰਾਹੀਂ ਇਹ ਜਾਣਕਾਰੀ ਦਿੱਤੀ। ਕੈਲੀਫੋਰਨੀਆ ਦੇ ਡੈਂਟਿਸਟ ਦੀ ਪ੍ਰੈਕਟਿਸ ਕਰਨ ਵਾਲੇ ਰੰਜਨ ਰਾਜਵੰਸ਼ੀ ਨੇ ਫਰਵਰੀ 2020 ਤੋਂ ਅਪ੍ਰੈਲ 2020 ਤੱਕ SBA ਤੇ ਅਮਰੀਕੀ ਸਿਹਤ ਤੇ ਮਨੁੱਖੀ ਸੇਵਾ ਵਿਭਾਗ ਤੋਂ $8,50,000 ਦੀ ਰਕਮ ਹਾਸਲ ਕੀਤੀ। ਉਸ ਨੂੰ ਕੋਵਿਡ-19 ਸੁਰੱਖਿਆਤਮਕ ਉਪਕਰਨਾਂ ਦੇ ਉਦੇਸ਼ ਲਈ ਇਹ ਰਕਮ ਮਿਲੀ ਸੀ। ਭਾਰਤ ਵਿੱਚ ਅਗਲੇ ਮਹੀਨੇ ਹੋਣ ਵਾਲੇ G20 ਸੰਮੇਲਨ ਵਿੱਚ ਘੱਟੋ-ਘੱਟ 25 ਮੁਲਕਾਂ ਦੇ ਆਗੂ ਹਿੱਸਾ ਲੈਣਗੇ, ਜਦਕਿ ਰੂਸ ਅਤੇ ਯੂਕਰੇਨ ਦੇ ਰਾਸ਼ਟਰਪਤੀ ਸ਼ਾਮਲ ਨਹੀਂ ਹੋਣਗੇ। G20 ਮੈਂਬਰ ਮੁਲਕਾਂ ਦੇ ਵਿੱਚ 18 ਆਗੂ ਇਸ ਸਮਾਗਮ ਵਿੱਚ ਸ਼ਿਰਕਤ ਕਰਨਗੇ। ਇਸ ਸਮੂਹ ਤੋਂ ਗੈਰ ਹਾਜ਼ਰ ਰਹਿਣ ਵਾਲੇ ਆਗੂਆਂ 'ਚ ਪੁਤਿਨ ਅਤੇ ਮੈਕਸੀਕੋ ਦੇ ਰਾਸ਼ਟਰਪਤੀ ਸ਼ਾਮਲ ਨੇ। ਸੂਤਰਾਂ ਦੇ ਮੁਤਾਬਕ ਹੁਣ ਤੱਕ ਸਾਊਦੀ ਅਰਬ, ਦੱਖਣੀ ਅਫਰੀਕਾ, ਤੁਰਕੀ, ਮੈਕਸੀਕੋ, ਜਾਪਾਨ, ਇਟਲੀ, ਜਰਮਨੀ, ਇੰਡੋਨੇਸ਼ੀਆ, ਬ੍ਰਾਜ਼ੀਲ ਅਤੇ ਅਰਜਨਟੀਨਾ ਵੱਲੋਂ ਹਾਜ਼ਰੀ ਸੰਬੰਧੀ ਪੁਸ਼ਟੀ ਨਹੀਂ ਕੀਤੀ ਗਈ ਹੈ। ਇਨ੍ਹਾਂ ਮੁਲਕਾਂ ਵਿੱਚ ਕਾਰਜਸ਼ੀਲ ਭਾਰਤੀ ਮਿਸ਼ਨਾਂ ਵੱਲੋਂ ਦਿੱਤੀ ਜਾਣਕਾਰੀ ਦੇ ਮੁਤਾਬਕ ਮੈਕਸੀਕੋ ਨੂੰ ਛੱਡ ਕੇ ਇਹ ਮੁਲਕ ਸੰਮੇਲਨ ਵਿੱਚ ਹਿੱਸਾ ਲੈਣਗੇ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਵੀ ਆਪਣੇ ਦੌਰੇ ਦੀ ਪੁਸ਼ਟੀ ਨਹੀਂ ਕੀਤੀ ਹੈ, ਪਰ ਸੂਤਰਾਂ ਦੇ ਮੁਤਾਬਕ ਆਰਥਿਕ ਮੰਦੀ ਕਾਰਨ ਚੀਨ ਇਸ ਸਮਾਗਮ ਵਿੱਚ ਸ਼ਿਰਕਤ ਕਰੇਗਾ। ਇਸ ਤੋਂ ਇਲਾਵਾ ਕੁੱਲ 9 ਅਬਜ਼ਰਵਰ ਮੁਲਕ ਸੰਮੇਲਨ ਵਿੱਚ ਸ਼ਿਰਕਤ ਕਰਨਗੇ, ਖਾਸ ਤੌਰ ਤੇ ਉਹ ਜਿਨ੍ਹਾਂ ਨੂੰ ਭਾਰਤ ਵੱਲੋਂ ਸੱਦਾ ਦਿੱਤਾ ਗਿਆ ਹੈ। ਘੱਟੋ-ਘੱਟ 10 ਕੌਮਾਂਤਰੀ ਸੰਸਥਾਵਾਂ ਦੇ ਮੁਖੀ ਵੀ ਇਸ ਸੰਮੇਲਨ ਵਿੱਚ ਹਿੱਸਾ ਲੈਣਗੇ, ਜਿਨ੍ਹਾਂ ਵਿੱਚ ਸੰਯੁਕਤ ਰਾਸ਼ਟਰ, WOT, ਏਸ਼ੀਅਨ ਵਿਸ਼ਵ ਬੈਂਕ, ਬਰਕਿਸ ਤੇ SCO ਸ਼ਾਮਲ ਨੇ। ਮੌਂਟਰੀਅਲ ਪੁਲਿਸ ਤੇ ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਓਲਡ ਮੌਂਟਰੀਅਲ ਵਿੱਚ ਮਾਰਚ ਮਹੀਨੇ ਦੌਰਾਨ 7 ਲੋਕਾਂ ਦੀ ਮੌਤ ਹੋਣ ਵਾਲੀ ਅੱਗ ਜਾਣ-ਬੁੱਝ ਕੇ ਲਗਾਈ ਗਈ ਸੀ। ਪਲੇਸ ਡੀ ਯੂਵਿਲ ਵਿੱਚ ਇੱਕ ਵਿਰਾਸਤੀ ਇਮਾਰਤ ਨੂੰ ਅੱਗ ਲੱਗਣ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਇੰਸਪੈਕਟਰ ਸ਼ੇਨ ਨੇ ਦੱਸਿਆ ਕਿ ਅਸੀਂ ਹੁਣ ਇੱਕ ਅਪਰਾਧਿਕ ਜਾਂਚ ਬਾਰੇ ਗੱਲ ਕਰ ਰਹੇ ਹਾਂ। ਪੁਲਿਸ ਦੀ ਮੁੱਖ ਅਪਰਾਧ ਯੂਨਿਟ ਦੇ ਜਾਂਚਕਰਤਾਵਾਂ ਨੇ ਅਗਜ਼ਨੀ ਦਸਤੇ 'ਚ ਆਪਣੇ ਸਹਿਯੋਗੀਆਂ ਨੂੰ ਸ਼ਾਮਲ ਕਰਦਿਆਂ ਜਾਂਚ ਨੂੰ ਹੁਣ ਆਪਣੇ ਹੱਥਾਂ 'ਚ ਲੈ ਲਿਆ, ਜਿਹੜੇ ਕਿ ਸ਼ੁਰੂ ਤੋਂ ਅੱਗ ਦੀ ਜਾਂਚ ਕਰ ਰਹੇ ਨੇ। ਫਿਲਹਾਲ ਇਸ ਮਾਮਲੇ 'ਚ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ, ਪਰ ਜਾਂਚਕਰਤਾਵਾਂ ਨੇ ਉਸ ਜਗ੍ਹਾ ਦਾ ਪਤਾ ਲਗਾਇਆ ਹੈ ਜਿੱਥੇ ਅੱਗ ਲੱਗੀ ਸੀ ਅਤੇ ਸ਼ੇਨ ਨੇ ਕਿਹਾ ਕਿ ਇੱਕ
ਐਕਸੀਲੈਰੈਂਟ ਦੇ ਨਿਸ਼ਾਨ ਲੱਭੇ ਗਏ ਹਨ। ਸ਼ੇਨ ਨੇ ਕਿਹਾ, ਮੈਂ ਇਸ ਗੱਲ ਦੀ ਪੁਸ਼ਟੀ ਕਰ ਸਕਦਾ ਹਾਂ ਕਿ ਉੱਥੇ ਐਕਸੀਲੈਰੈਂਟ ਦੇ ਨਿਸ਼ਾਨ ਮਿਲੇ ਨੇ ਜਿਹੜੇ ਇਹ ਦੱਸ ਸਕਦੇ ਨੇ ਕਿ ਅੱਗ ਨੇ ਇਮਾਰਤ ਨੂੰ ਕਿਸ ਰਫ਼ਤਾਰ ਨਾਲ ਆਪਣੀ ਲਪੇਟ ਵਿੱਚ ਲਿਆ। ਹਾਲਾਂਕਿ ਸ਼ੇਨ ਨੇ ਇਹ ਨਹੀਂ ਦੱਸਿਆ ਕਿ ਕਿਸ ਕਿਸਮ ਦਾ ਐਕਸੀਲੈਰੈਂਟ ਵਰਤਿਆ ਗਿਆ ਸੀ ਅਤੇ ਨਾ ਹੀ ਇਹ ਦੱਸਿਆ ਗਿਆ ਕਿ ਅੱਗ ਕਿੱਥੋਂ ਸ਼ੁਰੂ ਹੋਈ ਸੀ, ਇਮਾਰਤ ਦੇ ਅੰਦਰੋਂ ਜਾਂ ਬਾਹਰੋਂ। ਫੋਰਡ ਸਰਕਾਰ ਦਾ ਕਹਿਣਾ ਹੈ ਕਿ ਪ੍ਰਾਪਰਟੀ ਦੇ ਮਾਲਕਾਂ ਵੱਲੋਂ ਜ਼ਮੀਨ ਨੂੰ ਵਿਕਰੀ ਉੱਤੇ ਲਾਉਣ ਤੋਂ ਬਾਅਦ ਜ਼ਮੀਨ ਦੇ 2 ਟੁਕੜੇ ਗ੍ਰੀਨ ਬੈਲਟ ਨੂੰ ਮੋੜ ਦਿੱਤੇ ਜਾਣਗੇ। ਮੋੜੀ ਜਾਣ ਵਾਲੀ ਥਾਂ ਦੀ ਜਗ੍ਹਾ ਉੱਤੇ ਐਜੈਕਸ ਬਿਜਲੀ ਸੰਪਤੀ ਉੱਤੇ ਨਵੇਂ ਘਰ ਉਸਾਰੇ ਜਾਣਗੇ। ਪ੍ਰੀਮੀਅਰ ਡਗ ਫੋਰਡ ਵੱਲੋਂ ਜਾਰੀ ਕੀਤੇ ਗਏ ਬਿਆਨ ਦੇ ਵਿੱਚ ਦੋਸ਼ ਲਗਾਇਆ ਗਿਆ ਕਿ ਕਿੰਗਸਟਨ ਰੋਡ ਈਸਟ ਉੱਤੇ 2 ਸਾਈਟਸ 765 ਅਤੇ 775 ਬਿਨਾਂ ਕਿਸੇ ਵੇਰਵੇ ਦੇ ਵਿਕਰੀ ਲਈ ਲਾਈਆਂ ਗਈਆਂ ਸਨ ਤੇ ਸਰਕਾਰ ਵੱਲੋਂ ਇਸ ਜ਼ਮੀਨ ਨੂੰ ਗ੍ਰੀਨ ਬੈਲਟ ਨੂੰ ਪਰਤਾਉਣ ਦੇ ਲਈ ਕਾਰਵਾਈ ਫੌਰੀ ਤੌਰ ਉੱਤੇ ਸ਼ੁਰੂ ਕਰ ਦਿੱਤੀ ਗਈ ਹੈ। ਫੋਰਡ ਨੇ ਆਪਣੇ ਬਿਆਨ ਵਿੱਚ ਇਹ ਵੀ ਆਖਿਆ ਕਿ ਕਿਸੇ ਵੀ ਸਮੇਂ ਸਰਕਾਰ ਦਾ ਅਜਿਹਾ ਕੋਈ ਇਰਾਦਾ ਨਹੀਂ ਸੀਗਾ ਕਿ ਇਸ ਤਰ੍ਹਾਂ ਦੀ ਜ਼ਮੀਨ ਆਪਣੇ ਕਿਸੇ ਪਛਾਣ ਵਾਲਿਆਂ ਨੂੰ ਵੇਚੀ ਜਾਏ। ਇਸ ਤਰ੍ਹਾਂ ਦਾ ਵਿਵਹਾਰ ਸਰਕਾਰ ਦੇ ਨੇਕ ਇਰਾਦਿਆਂ ਦੇ ਖਿਲਾਫ ਜਾਂਦਾ ਹੈ, ਜਦਕਿ ਸਾਡੀ ਸਰਕਾਰ ਵੱਧ ਤੋਂ ਵੱਧ ਲੋਕਾਂ ਨੂੰ ਉਹਨਾਂ ਦੇ ਆਪਣੇ ਘਰ ਮੁਹੱਈਆ ਕਰਵਾਉਣਾ ਚਾਹੁੰਦੀ ਹੈ। ਫੋਰਡ ਨੇ ਇਹ ਵੀ ਆਖਿਆ ਕਿ ਹੋਰਨਾਂ ਪ੍ਰਾਪਰਟੀ ਮਾਲਕਾਂ ਨੂੰ ਵੀ ਨੋਟਿਸ ਦਿੱਤਾ ਜਾਏਗਾ ਤੇ ਜੇ ਉਹ ਸਰਕਾਰੀ ਸ਼ਰਤਾਂ ਪੂਰੀਆਂ ਨਹੀਂ ਕਰਦੇ ਹੋਣਗੇ ਤਾਂ ਉਹਨਾਂ ਦੀ ਜ਼ਮੀਨ ਵੀ ਪਰਤਾ ਦਿੱਤੀ ਜਾਏਗੀ। ਉਹਨਾਂ ਨੇ ਆਖਿਆ ਕਿ ਉਹ ਚਾਹੁੰਦੇ ਨੇ ਕਿ ਸਭ ਠੀਕ ਠਾਕ ਰਹੇ ਤੇ 2025 ਤੋਂ ਉਸਾਰੀ ਦਾ ਕੰਮ ਸ਼ੁਰੂ ਹੋ ਜਾਏ। ਜ਼ਿਕਰਯੋਗ ਹੈ ਕਿ ਇਸ ਮਹੀਨੇ ਦੇ ਸ਼ੁਰੂ ਵਿੱਚ ਆਡੀਟਰ ਜਨਰਲ ਨੇ ਆਪਣੀ ਰਿਪੋਰਟ ਵਿੱਚ ਇਹ ਆਖਿਆ ਸੀਗਾ ਕਿ ਫੋਰਡ ਸਰਕਾਰ ਵੱਲੋਂ ਕੁਝ ਲੈਂਡ ਡਿਵੈਲਪਰਸ ਨੂੰ ਰਿਆਇਤਾਂ ਦਿੱਤੀਆਂ ਗਈਆਂ ਨੇ, ਪਰ ਪਿਛਲੇ ਹਫਤੇ ਫੋਰਡ ਨੇ ਇਹ ਵੀ ਸਪਸ਼ਟ ਕਰ ਦਿੱਤਾ ਸੀਗਾ ਤੇ ਆਖਿਆ ਸੀਗਾ ਕਿ ਉਹਨਾਂ ਨੂੰ ਪੂਰਾ ਭਰੋਸਾ ਹੈ ਕਿ ਕੋਈ ਵੀ ਮੁਜਰਮਾਨਾ ਕਾਰਵਾਈ ਇਸ ਦੌਰਾਨ ਨਹੀਂ ਹੋਈ। BC ਦੇ ਹੈਲਥ ਅਧਿਕਾਰੀਆਂ ਵੱਲੋਂ SARS-CoV-2 ਦੇ BA.2.86 ਸਟ੍ਰੇਨ ਦੇ ਇੱਕ ਮਾਮਲੇ ਦੀ ਪੁਸ਼ਟੀ ਕੀਤੀ ਗਈ ਹੈ। ਕੈਨੇਡਾ ਵਿੱਚ ਪਾਇਆ ਗਿਆ ਇਹ ਪਹਿਲਾ ਮਾਮਲਾ ਹੈ। ਕੋਵਿਡ-19 ਦੇ ਇਸ ਵੈਰੀਐਂਟ ਨੂੰ ਅਜੇ ਪਿੱਛੇ ਜਿਹੇ ਹੀ ਦਾ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਵੈਰੀਐਂਟਸ ਦੀ ਲਿਸਟ ਵਿੱਚ ਸ਼ਾਮਿਲ ਕੀਤਾ ਗਿਆ ਹੈ। ਟੋਰਾਂਟੋ ਸਥਿਤ ਇਨਫੈਕਸ਼ੀਅਸ ਡਿਸੀਜ਼ ਐਕਸਪਰਟ ਡਾਕਟਰ ਇਸਾਕ ਬੇਗੋਚ ਅਨੁਸਾਰ ਹਾਲਾਂਕਿ ਯੂਰਪ, ਅਮਰੀਕਾ ਤੇ ਕੈਨੇਡਾ ਵਿੱਚ ਸੰਕਰਮਣ ਵਿੱਚ ਹੋ ਰਹੇ ਵਾਧੇ ਲਈ ਇਸ ਨੂੰ ਜ਼ਿੰਮੇਵਾਰ ਨਹੀਂ ਮੰਨਿਆ ਜਾ ਰਿਹਾ, ਪਰ BA.2.86 ਵਿੱਚ ਕੁਝ ਮਿਊਟੇਸ਼ਨਸ ਹੋਈਆਂ ਨੇ ਜਿਸ ਕਾਰਨ ਸਾਰਿਆਂ ਦੇ ਕੰਨ ਖੜੇ ਹੋ ਗਏ ਨੇ। ਬ੍ਰਿਟੇਨ ਦੀ ਸਰਕਾਰ ਨੇ ਮੰਗਲਵਾਰ ਨੂੰ ਕਿਹਾ ਕਿ ਦੇਸ਼ ਦੀ ਰਾਸ਼ਟਰੀ ਹਵਾਈ ਆਵਾਜਾਈ ਨਿਯੰਤਰਣ ਪ੍ਰਣਾਲੀ ਕਿਸੇ ਸਾਈਬਰ ਹਮਲੇ ਕਾਰਨ ਨਹੀਂ ਸਗੋਂ ਫਲਾਈਟ ਕੰਟਰੋਲ ਆਪਰੇਟਰ ਨੈਸ਼ਨਲ 에ਅਰ ਟ੍ਰੈਫਿਕ ਸਰਵਿਸਿਜ਼ ਦੀ ਤਕਨੀਕੀ ਖਰਾਬੀ ਕਾਰਨ ਹੋਈ ਹੈ। 에ਅਰ ਟ੍ਰੈਫਿਕ ਕੰਟਰੋਲ ਸਿਸਟਮ ਦੇ ਵਿੱਚ ਖਰਾਬੀ ਕਾਰਨ ਸੋਮਵਾਰ ਨੂੰ ਬ੍ਰਿਟੇਨ ਵਿੱਚ ਸੈਂਕੜੇ ਉਡਾਣਾਂ ਦੇਰ ਤੇ ਰੱਦ ਹੋਈਆਂ। ਬ੍ਰਿਟੇਨ ਦੇ ਟਰਾਂਸਪੋਰਟ ਸਕੱਤਰ ਮਾਰਕ ਨੇ 에ਅਰ ਟ੍ਰੈਫਿਕ ਕੰਟਰੋਲ ਸਿਸਟਮ 'ਚ ਖਰਾਬੀ ਵਿੱਚ ਕਿਸੇ ਸਾਈਬਰ ਹਮਲੇ ਤੋਂ ਇਨਕਾਰ ਕੀਤਾ ਹੈ। ਉਹਨਾਂ ਨੇ ਕਿਹਾ ਕਿ ਇਹ ਸਮੱਸਿਆ ਫਲਾਈਟ ਕੰਟਰੋਲ ਆਪਰੇਟਰ ਨੈਸ਼ਨਲ 에ਅਰ ਟ੍ਰੈਫਿਕ ਸਰਵਿਸਿਜ਼ ਦੇ ਵਿੱਚ ਤਕਨੀਕੀ ਨੁਕਸ ਕਾਰਨ ਹੋਈ ਹੈ। ਆਵਾਜਾਈ ਵਿਭਾਗ ਨੇ ਕਿਹਾ ਕਿ ਆਊਟੇਜ ਨੇ ਉਡਾਣਾਂ ਨੂੰ ਸਵੈਚਾਲਿਤ ਕਰਨ ਦੀ ਸਮਰੱਥਾ ਨੂੰ ਪ੍ਰਭਾਵਿਤ ਕੀਤਾ ਹੈ। ਇਸ ਦਾ ਸਿੱਧਾ ਮਤਲਬ ਇਹ ਸੀਗਾ ਕਿ ਉਡਾਣ ਨੂੰ ਕਈ ਘੰਟਿਆਂ ਲਈ ਮੈਨੂਅਲ ਚਲਾਉਣਾ ਪੈਂਦਾ ਸੀ। ਤਕਨੀਕੀ ਖਰਾਬੀ ਕਾਰਨ ਪੂਰੇ ਯੂਕੇ ਵਿੱਚ ਹੌਲੀ ਟੇਕ ਆਫਸ ਅਤੇ ਲੈਂਡਿੰਗਸ ਹੋਈਆਂ। ਫਿਲਹਾਲ ਸਿਸਟਮ ਦੇ ਵਿੱਚ ਨੁਕਸ ਦੂਰ ਕਰ ਦਿੱਤਾ ਗਿਆ ਹੈ। ਯੂਕੇ ਦੀਆਂ ਉਡਾਣਾਂ ਵਿੱਚ ਸਮੱਸਿਆ ਅਜਿਹੇ ਸਮੇਂ 'ਚ ਆਉਂਦੀ ਹੈ ਜਦੋਂ ਲੋਕ ਆਪਣੀਆਂ ਗਰਮੀਆਂ ਦੀਆਂ ਛੁੱਟੀਆਂ ਤੇ ਹੁੰਦੇ ਨੇ। ਯੂਕੇ ਵਿੱਚ ਯਾਤਰਾ ਲਈ ਇਹ ਸਭ ਤੋਂ ਵਿਅਸਤ ਸਮਾਂ ਹੈ। ਗ੍ਰੀਸ ਦੇ ਜੰਗਲਾਂ 'ਚ ਲੱਗੀ ਅੱਗ ਨੂੰ ਯੂਰਪੀ ਸੰਘ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਅੱਗ ਕਰਾਰ ਦਿੱਤਾ ਗਿਆ ਹੈ। ਯੂਰੋਪੀਅਨ ਕਮਿਸ਼ਨ ਦੇ ਬੁਲਾਰੇ ਨੇ ਕਿਹਾ ਹੈ ਕਿ ਗ੍ਰੀਸ ਵਿੱਚ ਜੰਗਲੀ ਅੱਗ ਯੂਰੋਪੀਅਨ ਯੂਨੀਅਨ 'ਚ ਹੁਣ ਤੱਕ ਦੀ ਸਭ ਤੋਂ ਵੱਡੀ ਰਿਕਾਰਡ ਕੀਤੀ ਗਈ ਹੈ ਅਤੇ ਇਸ ਨਾਲ ਨਜਿੱਠਣ ਦੇ ਲਈ ਲਗਭਗ ਅੱਧੇ ਫਾਇਰ ਫਾਈਟਿੰਗ 에ਅਰ ਵਿੰਗ ਨੂੰ ਲਾਮਬੰਦ ਕੀਤਾ ਗਿਆ ਹੈ। ਬਲਾਜ ਉਜਬਾਰੀ ਨੇ ਮੰਗਲਵਾਰ ਨੂੰ ਕਿਹਾ ਕਿ ਅਲੈਗਜ਼ੈਂਡਰੋਪੋਲੀ ਸ਼ਹਿਰ ਦੇ ਉੱਤਰ ਵਿੱਚ ਅੱਗ ਬੁਝਾਉਣ ਵਿੱਚ ਮਦਦ ਲਈ ਯੂਰੋਪੀਅਨ ਯੂਨੀਅਨ ਤੋਂ 11 ਜਹਾਜ਼ਾਂ ਅਤੇ ਹੈਲੀਕਾਪਟਰ ਦੇ ਨਾਲ 407 ਫਾਇਰ ਫਾਈਟਰਾਂ ਨੂੰ ਭੇਜਿਆ ਗਿਆ ਹੈ। ਯੂਰੋਪੀਅਨ ਯੂਨੀਅਨ ਦੀ ਸਿਵਲ ਸੁਰੱਖਿਆ ਸੇਵਾ ਦੀ ਨੇ ਕਿਹਾ ਹੈਗਾ ਕਿ ਅੱਗ ਨੇ 310 ਵਰਗ ਮੀਲ ਤੋਂ ਵੱਧ ਇਲਾਕੇ ਨੂੰ ਸਾੜ ਦਿੱਤਾ ਹੈ, ਜੋ ਕਿ ਨਿਊਯਾਰਕ ਸਿਟੀ ਤੋਂ ਵੱਡਾ ਖੇਤਰ ਹੈ। ਸੇਵਾ ਨੇ ਕਿਹਾ ਕਿ ਜਦੋਂ ਯੂਰੋਪੀਅਨ ਫੋਰੈਸਟ ਫਾਇਰ ਇਨਫੋਰਮੇਸ਼ਨ ਸਿਸਟਮ ਨੇ ਡਾਟਾ ਰਿਕਾਰਡ ਕਰਨਾ ਸ਼ੁਰੂ ਕੀਤਾ ਤਾਂ ਇਹ ਪਾਇਆ ਗਿਆ ਕਿ ਜੰਗਲੀ ਅੱਗ ਯੂਰੋਪੀਅਨ ਯੂਨੀਅਨ ਵਿੱਚ 2000 ਤੋਂ ਬਾਅਦ ਦੀ ਸਭ ਤੋਂ ਵੱਡੀ ਅੱਗ ਹੈ। ਗ੍ਰੀਸ ਦੀ ਫਾਇਰ ਸਰਵਿਸ ਨੇ ਕਿਹਾ ਉੱਤਰ ਪੂਰਬੀ ਖੇਤਰ ਦਾ ਦਾਦੀਆ ਨੈਸ਼ਨਲ ਪਾਰਕ, ਜੋ ਕਿ ਸ਼ਿਕਾਰ ਕਰਨ ਵਾਲੇ ਪੰਛੀਆਂ ਲਈ ਮਹੱਤਵਪੂਰਨ ਸਥਾਨ ਹੈ,
ਵੀ ਕਾਬੂ ਤੋਂ ਬਾਹਰ ਹੈ। 19 ਅਗਸਤ ਤੋਂ ਸ਼ੁਰੂ ਹੋਈ ਅੱਗ ਨੇ ਹੁਣ ਤੱਕ 20 ਲੋਕਾਂ ਦੀ ਜਾਨ ਲੈ ਲਈ ਹੈ। ਇਨ੍ਹਾਂ ਚੋਂ 18 ਪ੍ਰਵਾਸੀ ਸਨ। ਯੂਰੋਪੀਅਨ ਯੂਨੀਅਨ ਨੇ ਬਲਾਕ ਅਤੇ ਗੁਆਂਢੀ ਖੇਤਰਾਂ 'ਚ ਅੱਗ ਨਾਲ ਲੜਨ 'ਚ ਮਦਦ ਕਰਨ ਦੇ ਲਈ 28 ਜਹਾਜ਼, 24 ਵਾਟਰ ਡੰਪਿੰਗ ਜਹਾਜ਼ ਅਤੇ ਮੈਂਬਰ ਦੇਸ਼ਾਂ ਦੁਆਰਾ ਸਪਲਾਈ ਕੀਤੇ 4 ਹੈਲੀਕਾਪਟਰਾਂ ਦੇ ਇੱਕ ਵਿੜੇ ਨੂੰ ਬੁਲਾਇਆ ਹੈ। ਇਹ 12 ਜਹਾਜ਼ਾਂ ਦਾ ਇੱਕ ਸਟੈਂਡਲੋਨ ਅਤੇ EU ਫੰਡਡ 에ਅਰ ਵਿੰਗ ਬਣਾਉਣ ਤੇ ਕੰਮ ਕਰ ਰਿਹਾ ਹੈ। ਅਮਰੀਕਾ ਦੇਸ਼ ਵਿੱਚ 4 ਦਹਾਕਿਆਂ ਬਾਅਦ ਮਾਂ ਅਤੇ ਉਸਦੇ ਬੇਟੇ ਦੀ ਮੁਲਾਕਾਤ ਦਾ ਭਾਵੁਕ ਮਾਮਲਾ ਸਾਹਮਣੇ ਆਇਆ ਜਦੋਂ 42 ਸਾਲ ਪਹਿਲਾਂ ਵੱਖ ਕਰ ਦਿੱਤੇ ਗਏ ਜਿਮੀ ਨੇ ਆਪਣੀ ਮਾਂ ਨੂੰ ਸਪੈਨਿਸ਼ ਵਿੱਚ ਹੈਲੋ ਮੰਮੀ ਕਿਹਾ ਤਾਂ ਦੋਵਾਂ ਨੇ ਇੱਕ ਦੂਜੇ ਨੂੰ ਗਲੇ ਲਗਾਇਆ ਤੇ ਪੁੱਬਾ ਮਾਰ ਕੇ ਰੋਏ। 42 ਸਾਲ ਪਹਿਲਾਂ ਮਾਰੀਆ ਨੇ ਹਸਪਤਾਲ 'ਚ ਆਪਣੇ ਪੁੱਤਰ ਨੂੰ ਜਨਮ ਦਿੱਤਾ ਸੀ। ਅਜੇ ਉਹ ਆਪਣੇ ਪੁੱਤ ਨੂੰ ਬਾਹਾਂ 'ਚ ਲੈ ਕੇ ਵੇਖ ਰਹੀ ਸੀ ਕਿ ਹਸਪਤਾਲ ਦਾ ਸਟਾਫ ਉਸ ਨੂੰ ਚੁੱਕ ਕੇ ਲੈ ਗਿਆ। ਬਾਅਦ ਵਿੱਚ ਕਰਮਚਾਰੀਆਂ ਨੇ ਉਸ ਨੂੰ ਦੱਸਿਆ ਕਿ ਉਸਦੇ ਪੁੱਤਰ ਦੀ ਮੌਤ ਹੋ ਗਈ ਹੈ, ਪਰ ਹੁਣ ਉਹ ਚਿਲੀ ਦੇ ਵਾਲਦਵੀਆ 'ਚ ਆਪਣੇ ਘਰ ਵਿੱਚ ਆਪਣੇ ਕਲੇਜੇ ਦੇ ਟੋਟੇ ਨੂੰ ਛਾਤੀ ਨਾਲ ਲਾ ਰਹੀ ਸੀ। ਜਿਮੀ ਦੇ ਅੱਖਾਂ 'ਚੋਂ ਲਗਾਤਾਰ ਹੰਝੂ ਵਿਚਾਲੇ ਉਸਨੇ ਮਾਂ ਨੂੰ ਕਿਹਾ, ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ। ਇੰਨੇ ਸਾਲਾਂ ਬਾਅਦ ਆਪਣੇ ਬੇਟੇ ਨੂੰ ਫਿਰ ਗਲੇ ਲਗਾਉਣ ਤੋਂ ਬਾਅਦ ਮਾਰੀਆ ਨੇ ਇੱਕ ਵੀਡੀਓ ਕਾਲ ਵਿੱਚ ਕਿਹਾ, ਖੁਸ਼ੀ ਇੰਨੀ ਜ਼ਬਰਦਸਤ ਸੀ ਕਿ ਮੇਰੇ ਸਾਹ ਬੰਦ ਹੋ ਗਏ। ਮੈਂ 42 ਸਾਲ ਤੱਕ ਉਸ ਤੋਂ ਦੂਰ ਰਿਹਾ ਅਤੇ ਹੁਣ ਜਦੋਂ ਉਸਨੇ ਮੈਨੂੰ ਜੱਫੀ ਪਾਈ ਤਾਂ ਜਿਵੇਂ ਸਮਾਂ ਰੁਕ ਗਿਆ ਹੈ। ਮੈਂ ਉਸ ਨੂੰ ਜੱਫੀ ਪਾ ਲਈ ਅਤੇ 42 ਸਾਲ ਦੀ ਕਮੀ ਪੂਰਾ ਕਰਨ ਦੀ ਕੋਸ਼ਿਸ਼ ਕਰ ਰਿਹਾ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆਗਿਆ ਤੇ ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ ਜੀ। ਸ਼ੁਕਰੀਆ, ਸਤਿ ਸ਼੍ਰੀ ਅਕਾਲ।